ਗੁੱਡ ਮਾਰਨਿੰਗ ਆਲ। ਮੈਂ ਮੋਨਿਕਾ ਮਹਿਤਾ, ਸਾਇੰਸ ਮਿਸਟਰਸ GSS ਲੋਹਗੜ੍ਹ। ਅੱਜ ਤੁਹਾਨੂੰ ਕਰਾ ਰਹੇ ਹਾਂ ਕੰਟਰੋਲ ਐਂਡ ਕੋਆਰਡੀਨੇਸ਼ਨ, ਬ੍ਰੇਨ ਐਂਡ ਸਪਾਈਨਲ ਕੋਰਡ। ਸਭ ਤੋਂ ਪਹਿਲਾਂ ਹੈਗਾ ਸਟੂਡੈਂਟ ਵਿਲ ਅੰਡਰਸਟੈਂਡ ਕਿ ਸਟਿਮੂਲਾਈ ਰਿਸਪੌਂਡ ਕਿੰਦਾ, ਰਿਸੈਪਟਰ ਅਤੇ ਇਫੈਕਟਰ, ਸਨੈਪਸਿਸ, ਰਿਫਲੈਕਸ ਐਕਸ਼ਨ, ਨਰਵਸ ਸਿਸਟਮ, ਹਿਊਮਨ ਬ੍ਰੇਨ। ਕੁਐਸਚਨ ਆਂਸਰ ਦੈਨ ਡੂ ਦੀ ਹੋਮਵਰਕ। ਵਟ ਆਰ ਦਿਸ ਸਟਿਮੂਲਾਈ? ਸਟਿਮੂਲਾਈ क्या ਹੁੰਦਾ? ਆਰ ਲਿਵਿੰਗ ਔਰਗੈਨਿਜ਼ਮ ਆਰ ਸੈਂਸਿਟਿਵ ਟੂ ਦੇਅਰ ਇਨਵਾਇਰਮੈਂਟ। ਠੀਕ ਹੈ, ਅਸੀਂ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਕੀ ਚੇਂਜ ਹੋ ਰਹੀ ਹੈ। ਅਸੀਂ ਇਨਵਾਇਰਮੈਂਟ 'ਚ ਚੇਂਜਸ ਨੂੰ ਡਿਟੈਕਟ ਕਰ ਸਕਦੇ ਹਾਂ, ਇਹਨਾਂ ਨੂੰ ਸਟਿਮੂਲਾਈ ਕਹਾਂਗੇ। ਲਾਈਕ ਅਸੀਂ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ ਤਾਂ ਉਹ ਕੀ ਹੈ, ਠੀਕ ਹੈ, ਜਿਸ ਤਰ੍ਹਾਂ ਕੰਟਰੈਕਟ ਹੋ ਗਈ ਜਾਂ ਰਿਲੈਕਸ ਹੋ ਗਈ। ਤਾਂ ਅਸੀਂ ਜਿਵੇਂ ਹਵਾ ਏ ਸਾਡੇ ਮੂੰਹ ਕੰਨੀ ਆ ਰਹੀ ਹੈਗੀ ਹੈ, ਜਾਂ ਅਸੀਂ ਆਪਸ 'ਚ ਟੱਚ ਵਗੈਰਾ, ਤਾਂ ਇਹ ਕੀ ਹੋ ਗਏ, ਸਾਡੇ ਸਟਿਮੂਲਾਈ ਹੋ ਜਾਂਦੇ ਹੈਗੇ ਆ। ਵਟ ਕੁਡ ਬੀ ਸਟਿਮੂਲਸ? ਸਟਿਮੂਲਸ ਕਿੱਦਾਂ ਦੇ ਹੋ ਸਕਦੇ ਆ? ਐਂਗਰ, ਫੀਅਰ, ਕੌਨਫੀਡੈਂਸ, ਡਾਊਟ, ਗਰੀਫ, ਜੋਏ। ਤਾਂ ਇਹ ਸਾਡੇ ਮਸਲਸ ਨੂੰ ਇਫੈਕਟ ਕਰਨਗੇ। ਲਾਈਕ ਔਨ ਸੀਇੰਗ ਦੀ ਫੂਡ, ਠੀਕ ਹੈ, ਇੱਕ ਡੋਗ ਨੂੰ ਸੈਲੀਵੇਸ਼ਨ ਹੁੰਦੀ ਹੈਗੀ ਆ, ਜਾਂ ਮਤਲਬ ਜਿਹਨੇ ਦੇਖਿਆ ਉਹਨੂੰ ਸੈਲੀਵੇਸ਼ਨ ਹੋਏਗੀ, ਤਾਂ ਇਹ ਕੀ ਇੱਕ ਤਰ੍ਹਾਂ ਦਾ ਸਟਿਮੂਲਸ ਹੈਗਾ। ਰਿਸੈਪਟਰਸ ਜਿਹੜੇ ਰਿਸੀਵ ਕਰਨ ਸਟਿਮੂਲਸ ਨੂੰ, ਲਾਈਕ ਅਵਰ ਸੈਂਸੇਸ਼ਨ, ਠੀਕ ਹੈ। ਸਭ ਤੋਂ ਪਹਿਲੀ ਸਕਿਨ, ਨੋਜ਼, ਟੰਗ, ਈਅਰ, ਦੀਜ਼ ਆਰ ਦੀ ਰਿਸੈਪਟਰਸ। ਇਹਨਾਂ ਦੇ ਵਿੱਚ ਜਿਵੇਂ ਨੋਜ਼ 'ਚ ਓਲਫੈਕਟਰੀ ਸੈਲਸ ਹੁੰਦੇ ਆ, ਸਕਿਨ ਦੇ ਵਿੱਚ ਰਿਸੈਪਟਰ ਸੈਲਸ, ਟੇਸਟ ਬਡ, ਸਾਊਂਡ ਲਈ, ਠੀਕ ਹੈ, ਕੋਕਲੀਆ ਵਗੈਰਾ ਹੁੰਦੇ ਆ। ਤਾਂ ਇਹ ਆਈਜ਼ ਦੇ ਵਿੱਚ ਰੋਡਸ ਐਂਡ ਕੋਨ ਸੈਲਸ ਹੁੰਦੇ ਆ, ਸਾਰੇ ਕੀ ਸਟਿਮੂਲਾਈ ਨੂੰ ਰਿਸੀਵ ਕਰਨਗੇ। ਇਫੈਕਟਰ ਜਿਹੜਾ ਸਟਿਮੂਲਸ ਨੂੰ ਰਿਸਪੌਂਡ ਕਰੇ, ਲਾਈਕ ਅਵਰ ਆਈ ਦੇ ਰੇਡੀਅਲ ਮਸਲ, ਜੋ ਸਾਡਾ ਆਈ ਦਾ ਰੇਡੀਅਸ ਹੁੰਦਾ, ਸਾਡੀਆਂ ਲੱਤਾਂ ਬਾਈਸੈਪਸ ਅਤੇ ਟਰਾਈਸੈਪ ਮਸਲ, ਔਰ ਸਲੇਵਰੀ ਗਲੈਂਡ। ਔਨ ਸੀਇੰਗ ਦੀ ਫੂਡ ਸਲਾਈਵਾ ਰਿਲੀਜ਼, ਤਾਂ ਇਹ ਕੀ ਹੋ ਗਿਆ, ਸਲੇਵਰੀ ਗਲੈਂਡ ਕੀ ਹੋ ਗਏ, ਇਫੈਕਟਰ ਔਰਗਨਸ। ਰਿਸੈਪਟਰ ਅਤੇ ਇਫੈਕਟਰਸ, ਠੀਕ ਹੈ, ਜਿਹੜੀਆਂ ਸਾਡੀਆਂ ਸੈਂਸੇਸ਼ਨ ਹੈ, ਲਾਈਕ ਸੀਇੰਗ, ਸਾਊਂਡ, ਕਿਸੇ ਆਬਜੈਕਟ ਨੂੰ ਟੱਚ ਕਰਨਾ, ਆਰਡਰ ਆਉਣਾ, ਫਲੇਵਰ, ਇਹ ਸਾਰੇ ਬ੍ਰੇਨ ਤੱਕ ਪਹੁੰਚਦੇ ਆ। ਫਿਰ ਬ੍ਰੇਨ ਤੋਂ ਮੈਸੇਜ ਕੀ ਗਲੈਂਡ ਔਰ ਮਸਲਸ ਤੱਕ। ਤਾਂ ਇਫੈਕਟਰਸ ਔਰਗਨਸ ਕਿਹੜੇ ਹੋ ਗਏ, ਮਸਲਸ ਐਂਡ ਗਲੈਂਡਸ। ਦੈਨ ਨਰਵਸ ਸਿਸਟਮ, ਸਾਡਾ ਜਿਹੜਾ ਹਿਊਮਨ ਬ੍ਰੇਨ ਐਂਡ ਸਪਾਈਨਲ ਕੋਰਡ ਔਰ ਗੈਂਗਲੀਆਸ, ਸਾਰੀਆਂ ਨਰਵਸ ਹੈ ਉਹ ਨਿਊਰੋਨ ਦੀਆਂ ਬਣੀਆਂ ਹੁੰਦੀਆਂ। ਨਿਊਰੋਨਸ ਜਿਹੜੇ ਹੈਗੇ ਆ ਮੈਸੇਜ ਨੂੰ ਅਡੈਪਟ ਕਰਨ ਲਈ ਅਡੈਪਟ ਕਰਦੇ ਆ। ਇਹਦੇ 3 ਪਾਰਟਸ ਹੁੰਦੇ ਆ, ਡੈਂਡਰਾਈਟ ਐਂਡ ਸੈੱਲ ਬੋਡੀ ਐਂਡ ਐਗਜ਼ੋਨ। ਲੈਟਸ ਸਟੱਡੀ ਦੀ ਸਟਰਕਚਰ ਆਫ ਨਿਊਰੋਨ। ਦਿਸ ਇਜ਼ ਦੀ ਲਾਰਜੈਸਟ ਸੈੱਲ ਆਫ ਦੀ ਬੋਡੀ, ਠੀਕ ਹੈ। ਡੈਂਡਰਾਈਟ ਤੋਂ ਸਿਗਨਲ ਪਾਸ ਹੁੰਦਾ ਹੈ ਸੈੱਲ ਬੋਡੀ 'ਤੇ, ਇਲੈਕਟ੍ਰੀਕਲ ਇੰਪਲਸਿਸ। ਦੈਨ ਐਗਜ਼ੋਨ ਤੱਕ, ਐਗਜ਼ੋਨ ਤੋਂ ਕਿੱਥੇ ਜਾਂਦੇ ਹੈਗੇ ਆ, ਮਸਲਸ ਤੱਕ। ਦਿਸ ਇਜ਼ ਦੀ ਸੈੱਲ ਬੋਡੀ। ਡੈਂਡਰਾਈਟਸ ਜੋ ਹੈ ਸਾਈਟੋਪਲਾਜ਼ਮਿਕ ਆਊਟਗਰੋਥਸ ਹੈਗੀਆਂ। ਫਿਰ ਐਗਜ਼ੋਨ ਹੈ, ਐਗਜ਼ੋਨ ਇਜ਼ ਪ੍ਰੋਟੈਕਟਡ ਬਾਈ ਮਾਈਲਿਨ ਸ਼ੀਥ ਔਰ ਟਰਮੀਨਲ ਐਂਡ ਵਿਲ ਓਪਨ ਇਨ ਦੀ ਮਸਲ। ਤਾਂ ਇਸ ਸਟਿਮੂਲਾਈ ਨੂੰ ਇਲੈਕਟ੍ਰੀਕਲ ਇੰਪਲਸਿਸ ਦੇ ਥਰੂ ਕੈਰੀ ਕਰਦੇ ਹੈਗੇ। 3 ਕਾਈਂਡਸ ਦੇ ਹੁੰਦੇ ਆ ਸੈਂਸਰੀ ਨਿਊਰੋਨ, ਜਿਹੜੇ ਇਫੈਕਟਰ ਔਰਗਨਸ ਤੋਂ ਸਪਾਈਨਲ ਕੋਰਡ ਤੱਕ ਲੈ ਕੇ ਜਾਣ, ਉਹਨਾਂ ਨੂੰ ਸੈਂਸਰੀ ਨਿਊਰੋਨ ਕਹਿੰਦੇ ਆ। ਫਿਰ ਮੋਟਰ ਨਿਊਰੋਨ, ਜਿਹੜੇ ਸਪਾਈਨਲ ਕੋਰਡ ਤੋਂ ਮੈਸੇਜ ਨੂੰ ਕਿੱਥੇ ਲੈ ਕੇ ਆਉਣ, ਮਸਲਸ ਤੱਕ। ਔਰ ਜਿਹੜੇ ਇਹਨਾਂ ਦੋਨਾਂ ਨੂੰ ਕਨੈਕਟ ਕਰਦੇ ਆ, ਉਹਨਾਂ ਨੂੰ ਰਿਲੇ ਨਿਊਰੋਨਸ ਕਹਿੰਦੇ ਹੈਗੇ ਆ। ਤਾਂ 3 ਤਰ੍ਹਾਂ ਦੇ ਹੈਗੇ ਆ। ਸੈਂਸਰੀ ਨਿਊਰੋਨਸ ਸਕਿਨ ਤੋਂ ਸੈਂਸੇਸ਼ਨ ਨੂੰ ਬ੍ਰੇਨ ਅਤੇ ਸਪਾਈਨਲ ਕੋਰਡ ਤੱਕ ਲੈ ਕੇ ਜਾਂਦੇ ਹੈਗੇ ਆ। ਇੰਟਰ ਨਿਊਰੋਨ ਜਿਹੜੇ ਕਨੈਕਟ ਕਰਦੇ ਆ ਮੋਟਰ ਅਤੇ ਸੈਂਸਰੀ ਨੂੰ। ਮੋਟਰ ਨਿਊਰੋਨਸ ਬ੍ਰੇਨ ਅਤੇ ਸਪਾਈਨਲ ਕੋਰਡ ਤੋਂ ਸੈਂਸੇਸ਼ਨ ਨੂੰ ਗਲੈਂਡਸ ਅਤੇ ਮਸਲਸ ਤੱਕ ਲੈ ਕੇ ਆਉਂਦੇ ਆ, ਤਾਂ ਕਿ ਉਹ ਉਹਨਾਂ ਤੋਂ ਸਕਰੀਸ਼ਨ ਨਿਕਲਣ ਜਾਂ ਮਸਲਸ ਦੀ ਮੂਵਮੈਂਟ ਹੋਵੇ। ਤਾਂ ਇਹ 3 ਤਰ੍ਹਾਂ ਦੇ ਹੁੰਦੇ ਆ। ਦੈਨ ਰਿਫਲੈਕਸ ਆਰਕ, ਜਿਵੇਂ ਅਸੀਂ ਕੁਛ ਦੇਖਿਆ, ਠੀਕ ਹੈ, ਤਾਂ ਇਹ ਕੀ ਹੋ ਗਈ, ਸੈਂਸੇਸ਼ਨ ਸੈਂਸਰੀ ਨਿਊਰੋਨ ਰਾਹੀਂ ਬ੍ਰੇਨ 'ਚ ਗਈ, ਬ੍ਰੇਨ ਉਹਦੀ ਇੰਟੈਗਰੇਸ਼ਨ ਕਰੇਗਾ, ਸੈਂਟਰਲ ਨਰਵਸ ਸਿਸਟਮ ਹੋਏਗਾ। ਤਾਂ ਉੱਥੋਂ ਕੀ ਹੈ, ਮੈਸੇਜ ਮੋਟਰ ਨਿਊਰੋਨ ਰਾਹੀਂ ਮਸਲਸ ਤੱਕ ਪਹੁੰਚੇਗਾ, ਵੀ ਵਿਲ ਰਨ। ਤਾਂ ਇੱਦਾਂ ਇੱਕ ਆਰਕ ਬਣ ਗਈ, ਇਹਨੂੰ ਰਿਫਲੈਕਸ ਆਰਕ ਕਹਿੰਦੇ ਹੈਗੇ ਆ, ਠੀਕ ਹੈ। ਸਟਿਮੂਲਸ ਰਿਸੀਵ ਹੋਣਗੇ, ਫਿਰ ਸੈਂਸਰੀ ਨਿਊਰੋਨ ਉਹਨਾਂ ਨੂੰ ਸੈਂਟਰਲ ਨਰਵਸ ਸਿਸਟਮ ਤੱਕ ਪਹੁੰਚਾਉਣਗੇ, ਔਰ ਮੋਟਰ ਨਿਊਰੋਨ ਇਫੈਕਟਰ ਔਰਗਨ। ਇਫੈਕਟਰ ਕਿਹੜੇ ਹੋਣਗੇ, ਔਰ ਰਿਸਪੌਂਡ ਕਰਨਗੇ। ਮੀਨਸ ਹਰ ਇੱਕ ਸਟਿਮੂਲਸ ਦਾ ਰਿਸਪੌਂਡ ਹੁੰਦਾ। ਔਰ ਰਿਲੇ ਨਿਊਰੋਨ ਜਿਹੜੇ ਹੈਗੇ ਆ ਕਨੈਕਟ ਕਰਦੇ ਆ ਸੈਂਸਰੀ ਅਤੇ ਮੋਟਰ ਨਿਊਰੋਨਸ ਨੂੰ। ਦੈਨ ਨੈਕਸਟ ਹੈਗਾ ਸਾਇਨੈਪਸਿਸ, ਦੀ ਗੈਪ ਬਿਟਵੀਨ ਦੀ ਇੱਕ ਨਿਊਰੋਨ ਦੇ ਡੈਂਡਰਾਈਟ ਦਾ ਦੂਸਰੇ ਨਿਊਰੋਨ ਦੇ ਟਰਮੀਨਲ ਐਂਡ ਨਾਲ, ਠੀਕ ਹੈ, ਜੋ ਗੈਪ ਹੁੰਦਾ
ਉਸਨੂੰ ਅਸੀਂ ਸਿਨੈਪਸਿਸ ਕਹਿੰਦੇ ਹਾਂ। ਇਹਦੇ ਵਿੱਚ ਨਿਊਰੋ ਟਰਾਂਸਮੀਟਰਸ ਹੁੰਦੇ ਹੈਗੇ ਆ ਗੈਪ ਦੇ ਵਿੱਚ, ਤਾਂ ਕਿ ਉਹ ਮੈਸੇਜ ਇੱਕ ਨਿਊਰੋਨ ਤੋਂ ਦੂਸਰੇ ਨਿਊਰੋਨ ਤੱਕ ਪਹੁੰਚ ਸਕੇ। ਰਿਫਲੈਕਸ ਐਕਸ਼ਨ ਕਿਆ ਹੁੰਦਾ ਕਿ ਸ਼ਾਰਟ ਇਟ ਇਜ਼ ਅ ਸੌਰਟ ਆਫ ਬੋਡੀ ਸਟੀਮੂਲਸ, ਇੱਕ ਤਰ੍ਹਾਂ ਦਾ ਸਟੀਮੂਲਸ ਹੀ ਹੈ ਜਿਹੜਾ ਕਿ ਸਪਾਈਨਲ ਕੋਰਡ ਰਾਹੀਂ ਕੀਤਾ ਜਾਂਦਾ। ਇੰਪਲਸਸ ਕਿੱਥੇ ਪਹੁੰਚਣਗੀਆਂ? ਰਿਫਲੈਕਸ ਆਰਕ ਰਾਹੀਂ ਪਹੁੰਚਦੀ ਆ, ਬਹੁਤ ਫਾਸਟ ਹੁੰਦੀ ਆ। ਅਤੇ ਇਹ ਇਟ ਇਜ਼ ਨੋਟ ਮਤਲਬ ਇਹ ਸਾਡੇ ਕੰਟਰੋਲ 'ਚ ਨਹੀਂ ਹੁੰਦਾ ਅਤੇ ਸਾਡੀ ਪਰਵਾਹ ਤੋਂ ਬਿਨਾਂ ਹੁੰਦਾ ਹੈ, ਕੌਨਸਕਿਊਸਲੀ ਡਨ। ਠੀਕ ਹੈ, ਜਿਸ ਤਰ੍ਹਾਂ ਇੱਕ ਕੈਂਡਲ ਹੈਗੀ ਆ, ਹੱਥ ਲੱਗਿਆ ਤਾਂ ਇਹ ਬ੍ਰੇਨ ਤੱਕ ਨਹੀਂ ਪਹੁੰਚਣਗੇ, ਸਪਾਈਨਲ ਕੋਰਡ ਹੀ ਠੀਕ ਹੈ ਤੱਕ ਰਿਫਲੈਕਸ ਐਕਸ਼ਨ ਜਾਏਗਾ ਅਤੇ ਇਮੀਡੀਏਟਲੀ ਮੋਟਰ ਨਿਊਰਨ ਰਾਹੀਂ ਮਸਲਸ ਤੱਕ ਆਏਗਾ ਕਿ ਹੱਥ ਨੂੰ ਪਿੱਛੇ ਕਰ ਲਿਆ ਜਾਵੇ। ਐਗਜ਼ਾਮਪਲ ਆਫ ਦੀ ਰਿਫਲੈਕਸ ਐਕਸ਼ਨ ਦੀ ਜਿਵੇਂ ਦਿਖਾਇਆ ਕਿ ਹੱਥ ਕੀ ਹੈ ਕੈਂਡਲ ਨੂੰ ਟੱਚ ਹੋ ਰਿਹਾ, ਸੈਂਸਰੀ ਨਿਊਰੋਨ ਰਾਹੀਂ ਸਪਾਈਨਲ ਕੋਰਡ 'ਤੇ ਗਿਆ, ਫਿਰ ਮੋਟਰ ਨਿਊਰੋਨ ਰਾਹੀਂ ਮੈਸੇਜ ਆਏਗਾ ਕਿ ਉਹਨੂੰ ਪਰਾਂ ਕਰ ਲਿੱਤਾ ਜਾਵੇ। ਰਿਫਲੈਕਸ ਆਰਕ ਦੇ ਵਿੱਚ ਸੈਂਸਰੀ ਨਿਊਰੋਨ, ਰਿਲੇ ਨਿਊਰੋਨ ਅਤੇ ਮੋਟਰ ਨਿਊਰੋਨ ਇੱਕ ਆਰਕ ਬਣਾਉਂਦੇ ਹੈਗੇ, ਤਾਂ ਇਹਨੂੰ ਰਿਫਲੈਕਸ ਆਰਕ ਕਹਿੰਦੇ ਆ। ਲਾਈਕ ਤੁਸੀਂ ਇੱਕ ਹੈਮਰ ਨਾਲ ਇੰਪੈਕਟ ਕਰ ਰਹੇ ਹੋ ਤਾਂ ਅਸੀਂ ਲੱਤ ਨੂੰ ਇਮੀਡੀਏਟਲੀ ਪਰਾਂ ਕਰਾਂਗੇ ਤਾਂ ਇਹ ਸਪਾਈਨਲ ਕੋਰਡ ਰਾਹੀਂ ਕੰਟਰੋਲ ਕੀਤਾ ਜਾਂਦਾ, ਤਾਂ ਇਹਨੂੰ ਕੀ ਕਹਿੰਦੇ ਆ? ਰਿਫਲੈਕਸ ਆਰਕ। ਯੂ ਕੈਨ ਸੀ ਅਗੇਨ ਕਿ ਅਸੀਂ ਹੱਥ ਨੂੰ ਟੱਚ ਕਰ ਰਹੇ ਹਾਂ ਹੌਟ ਨਾਲ, ਠੀਕ ਹੈ, ਸੈਂਸਰੀ ਨਿਊਰੋਨ ਰਾਹੀਂ ਇਹਦੇ ਵਿੱਚ ਸਪਾਈਨਲ ਕੋਰਡ ਦੇ ਗ੍ਰੇ ਮੈਟਰ 'ਚ ਸਾਡੀ ਸੈਂਸੇਸ਼ਨ ਜਾ ਰਹੀ ਹੈ। ਉਸ ਤੋਂ ਬਾਅਦ ਰਿਲੇ ਨਿਊਰੋਨ ਅਤੇ ਮੋਟਰ ਨਿਊਰੋਨ ਰਾਹੀਂ ਮਸਲਸ ਤੱਕ ਮਸਲ ਕੰਟਰੈਕਟ ਕਰ ਜਾਣਗੇ ਅਤੇ ਅਸੀਂ ਹੱਥ ਨੂੰ ਪਿੱਛੇ ਕਰਦੇ ਹੈਗੇ ਆ, ਤਾਂ ਇਹ ਕੀ ਹੋ ਗਈ? ਇੱਕ ਰਿਫਲੈਕਸ ਆਰਕ ਹੋ ਗਈ। ਐਕਸ਼ਨ ਆਰਗੇਨਾਈਜੇਸ਼ਨ ਆਫ ਦੀ ਸਾਡਾ ਜਿਹੜਾ ਸੈਂਟਰਲ ਨਰਵਸ ਸਿਸਟਮ ਹੈ ਔਰ ਪੈਰੀਫਰਲ ਨਰਵਸ ਸਿਸਟਮ। ਸੈਂਟਰਲ ਨਰਵਸ ਸਿਸਟਮ 'ਚ ਆ ਗਿਆ ਬ੍ਰੇਨ ਐਂਡ ਸਪਾਈਨਲ ਕੋਰਡ। ਪੈਰੀਫਰਲ ਨਰਵਸ ਸਿਸਟਮ 'ਚ ਸਪਾਈਨਲ ਕੋਰਡ ਤੋਂ ਜਿਹੜੀਆਂ ਅੱਗੇ ਬ੍ਰਾਂਚਸ ਨਿਊਰੋਨ ਵਗੈਰਾ ਨਿਕਲਦੇ ਆ, ਬਾਡੀ ਦੇ ਹਰ ਪਾਰਟਸ ਤੱਕ ਜਾਂਦੇ ਆ, ਉਹ ਕੀ ਹੈ? ਪੈਰੀਫਰਲ ਨਰਵਸ ਸਿਸਟਮ। ਡਿਫਰੈਂਸ ਬਿਟਵੀਨ ਸੈਂਟਰਲ ਐਂਡ ਪੈਰੀਫਰਲ ਨਰਵਸ ਸਿਸਟਮ। ਸੈਂਟਰਲ ਨਰਵਸ ਸਿਸਟਮ ਜਿਹੜਾ ਉਹ ਜ਼ਿਆਦਾਤਰ ਇੰਟਰ ਨਿਊਰੋਨਸ ਦਾ ਬਣਿਆ ਹੁੰਦਾ ਅਤੇ ਬਾਡੀ ਦੀਆਂ ਆਲਮੋਸਟ ਸਾਰੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕਰਦਾ ਹੈਗਾ, ਐਨਾਲਾਈਜ਼ ਕਰਦਾ ਰਿਸਪੌਂਡ ਨੂੰ। ਪੈਰੀਫਰਲ ਨਰਵਸ ਸਿਸਟਮ ਸੈਂਸਰੀ ਮੋਟਰ ਨਿਊਰੋਨਸ ਦਾ ਬਣਿਆ ਹੁੰਦਾ। ਸੈਂਟਰਲ 'ਚ ਜ਼ਿਆਦਾ ਡੈਂਡਰਾਈਟ ਹੁੰਦੇ ਆ, ਸੈੱਲ ਬੋਡੀਜ਼, ਠੀਕ ਹੈ, ਬ੍ਰੇਨ ਦੇ ਵਿੱਚ ਸੈੱਲ ਬੋਡੀਜ਼ ਹੋਣਗੇ। ਔਰ ਪੈਰੀਫਰਲ ਨਰਵਸ ਸਿਸਟਮ 'ਚ ਐਗਜ਼ੋਨ ਅਤੇ ਸੈਂਸਰੀ ਨਿਊਰੋਨ ਅਤੇ ਮੋਟਰ ਨਿਊਰੋਨਸ ਹੁੰਦੇ ਆ। ਇਹ ਸੈਂਟਰਲ ਨਿਊਰੋਨ ਸਿਸਟਮ ਵਾਲੇ ਕੰਮ ਨਹੀਂ ਕਰਤਾ। ਈਅਰ ਦਿਸ ਇਜ਼ ਨੋਟ ਇਨ ਦੀ 10th ਕਲਾਸ ਸਿਲੇਬਸ, ਠੀਕ ਹੈ, ਈਅਰ ਦੀ ਸਟਰਕਚਰ ਨਹੀਂ ਹੈਗੀ। ਰਿਸੈਪਟਰ ਸੈਲ ਵਾਈਬ੍ਰੇਸ਼ਨ, this is all about ear, hearing aids. Sorry, some slides were not there, that's why I paused the video. Then the human brain. ਹਿਊਮਨ ਬ੍ਰੇਨ ਜਿਹੜਾ ਹੈਗਾ ਇਹ ਕੰਟਰੋਲ ਸੈਂਟਰ ਹੈਗਾ ਪੂਰੀ ਇੰਟਾਇਰ ਬੋਡੀ ਦਾ ਅਤੇ ਮੇਨ ਸੈਂਟਰਲ ਨਰਵਸ ਸਿਸਟਮ ਦਾ ਪਾਰਟ ਹੈਗਾ। ਬ੍ਰੇਨ ਜਿਹੜਾ ਹੈਗਾ ਡਿਵਾਈਡਡ ਇਨਟੂ ਪਾਰਟਸ ਸੈਰੀਬਰਮ ਅਤੇ ਸੈਰੀਬੈਲਮ ਔਰ ਬ੍ਰੇਨ ਸਟੈਮ, ਠੀਕ ਹੈ, ਦਿਖਾਇਆ ਹੋਇਆ ਪਿਕਚਰ 'ਚ। ਸੈਰੀਬਰਮ ਜੋ ਹੈ ਪਾਰਟ ਹੈਗਾ ਇਹ ਵਾਲਾ, ਠੀਕ ਹੈ, ਯੂ ਕੈਨ ਸੀ ਕਿ ਦਿਸ ਇਜ਼ ਦੀ ਸੈਰੀਬਰਮ ਪਾਰਟ। ਇਹਦੇ ਵਿੱਚ ਹਾਈਪੋਥੈਲਮਸ ਹੈ ਔਰ ਸਾਡੀ ਪਿਚੂਟਰੀ ਗਲੈਂਡ ਆਉਂਦੀ ਹੈ, ਆਹ ਸੈਰੀਬਰਮ ਹੋ ਗਿਆ, ਔਰ ਇਹ ਹਾਈਂਡ ਬ੍ਰੇਨ ਹੋ ਗਿਆ, ਮੈਡੂਲਾ ਬਲੋਂਗੇਟਾ ਵਗੈਰਾ। ਤਾਂ ਇਹ ਹੈਗੀ ਹੈ ਬ੍ਰੇਨ ਦੀ ਸਟਰਕਚਰ। ਵੀ ਵਿਲ ਡੂ ਸੈਰੀਬਰਮ ਜਿਹੜਾ 2 ਹਾਫ 'ਚ ਡਿਵਾਈਡਡ ਹੈ, ਲੈਫਟ ਐਂਡ ਰਾਈਟ ਹੈਮੀਸਫੀਅਰ। ਫੋਲਡਡ ਪਾਰਟ ਹੈਗਾ ਸੈਰੀਬਰਮ,
ਇਹ ਬ੍ਰੇਨ ਦਾ ਸਭ ਤੋਂ ਜ਼ਿਆਦਾ ਹਿੱਸਾ ਹੁੰਦਾ ਤੇ ਇਹਦੇ ਦੋ ਹੈਮੀਸਫੀਅਰ ਹੁੰਦੇ ਆ। ਬਾਹਰਲੇ ਨੂੰ ਕੋਰਟੈਕਸ ਕਹਿੰਦੇ ਆ। ਇਹ ਸਾਡੇ ਜਿਵੇਂ ਅਸੀਂ ਥੋਟ, ਮੈਮਰੀ, ਸਾਈਟ, ਸਪੀਚ, ਹੀਅਰਿੰਗ ਤੇ ਪਰਸਨੈਲਿਟੀ ਨੂੰ ਕੰਟਰੋਲ ਕਰਦਾ ਹੈਗਾ। ਠੀਕ ਹੈ, ਸੈਰੀਬਰਮ ਪਾਰਟ ਦੇ ਫੰਕਸ਼ਨ ਕੀ ਹੈ? ਕੌਨਸ਼ੀਅਸ ਥੋਟ, ਮੈਮਰੀ, ਸਾਈਟ, ਸਪੀਚ, ਹੀਅਰਿੰਗ, ਸੁਣਨਾ, ਦੇਖਣਾ, ਬੋਲਣਾ, ਯਾਦ ਸ਼ਕਤੀ ਔਰ ਸਾਡੀ ਪਰਸਨੈਲਿਟੀ ਸੈਰੀਬਰਮ 'ਤੇ ਡਿਪੈਂਡ ਕਰਦੀ ਹੈ। ਦੈਨ ਬ੍ਰੇਨ ਸਟਰਕਚਰ, ਅੱਗੇ ਹਾਈਪੋਥੈਲਮਸ, ਇਹ ਸੈਰੀਬਰਮ ਦੇ ਨੀਚੇ ਪਿਆ ਹੁੰਦਾ। ਓਸਮੋ ਰੈਗੂਲੇਸ਼ਨ ਐਂਡ ਟੈਂਪਰੇਚਰ ਰੈਗੂਲੇਸ਼ਨ। ਓਸਮੋ ਰੈਗੂਲੇਸ਼ਨ ਦਾ ਮੀਨਸ ਅਗਰ ਬਾਡੀ 'ਚ ਵਾਟਰ ਦੀ ਅਮਾਊਂਟ ਵੱਧਦੀ ਹੈ, ਘਟਦੀ ਹੈ ਤਾਂ ਕਿਡਨੀਜ਼ ਦੇ ਥਰੂ ਵਾਟਰ, ਯੂਰਿਨ ਆਊਟਪੁੱਟ ਜ਼ਿਆਦਾ ਹੋਏਗੀ। ਜਾਂ ਬਾਡੀ ਦਾ ਟੈਂਪਰੇਚਰ ਕੰਟਰੋਲ ਕਰਨਾ ਹੈਗਾ, ਗਰਮੀ ਲੱਗਦੀ ਹੈ, ਸਰਦੀ, ਉਹ ਸਾਰਾ ਕੁਝ ਕੀ ਹੈ ਹਾਈਪੋਥੈਲਮਸ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਇਹਦੇ ਬੇਸ 'ਤੇ ਹਾਈਪੋਥੈਲਮਸ 'ਤੇ ਪਿਚੂਟਰੀ ਗਲੈਂਡ ਹੁੰਦੀ ਹੈ ਜਿਹੜੀ ਕੈਮੀਕਲਸ ਸਕਰੀਟ ਕਰਦੀ ਹੈ ਜਿਨ੍ਹਾਂ ਨੂੰ ਹਾਰਮੋਨਸ ਕਿਹਾ ਜਾਂਦਾ ਹੈਗਾ। ਤਾਂ ਇਹ ਹਾਈਪੋਥੈਲਮਸ ਦੇ ਫੰਕਸ਼ਨ ਹੈਗੇ ਆ। ਦੈਨ ਅਨਦਰ ਪਾਰਟ ਆ ਦਿਖਾਇਆ ਸੈਰੀਬੈਲਮ, ਯੂ ਕੈਨ ਸੀ ਦੀ ਸੈਰੀਬੈਲਮ। ਸੈਰੀਬੈਲਮ ਜਿਹੜਾ ਸਾਡਾ ਬਾਡੀ ਦਾ ਕੰਟਰੋਲ, ਬੈਲੈਂਸ, ਪੋਸਚਰ ਐਂਡ ਕੋਆਰਡੀਨੇਸ਼ਨ। ਠੀਕ ਹੈ, ਅਸੀਂ ਜਿਸ ਤਰ੍ਹਾਂ ਸਾਈਕਲ ਚਲਾ ਰਹੇ ਹੈਗੇ ਆ ਤਾਂ ਬੈਲੈਂਸ ਬਣਾਇਆ ਵਾ। ਪੋਸਚਰ, ਸਾਡੀ ਬਾਡੀ ਦਾ ਸਟੇਟ, ਬੈਲੈਂਸ, ਇੱਦਾਂ ਦੇ ਕੰਮ ਕੌਣ ਕਰਦਾ ਹੈਗਾ? ਸੈਰੀਬੈਲਮ। ਦੈਨ ਬ੍ਰੇਨ ਸਟਰਕਚਰ, ਬ੍ਰੇਨ ਜਿਹੜਾ ਹੈਗਾ ਸਪਾਈਨਲ ਕੋਰਡ ਨਾਲ ਕਨੈਕਟਡ ਹੈ ਕਿਹਦੇ ਥਰੂ? ਮੈਡੁਲਾ ਓਬਲੋਂਗੇਟਾ ਐਂਡ ਪੋਨਸ। ਮੈਡੁਲਾ ਓਬਲੋਂਗੇਟਾ ਸਾਡੀ ਬਰੀਦਿੰਗ, ਹਾਰਟਬੀਟ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈਗਾ ਔਰ ਪੋਨਸ ਦੀ ਹੈਲਪ ਨਾਲ ਵੀ ਸਾਡੀ ਬਰੀਦਿੰਗ ਹੁੰਦੀ ਹੈ। ਸੀਗੇ ਬ੍ਰੇਨ ਐਂਡ ਸਪਾਈਨਲ। ਜਿਹੜਾ ਮਿਡਲ ਪਾਰਟ ਹੈ ਸਪਾਈਨਲ ਦਾ ਉਹ ਕੀ ਹੁੰਦਾ? ਗ੍ਰੇ ਕਲਰ ਦਾ ਹੁੰਦਾ ਤੇ ਆਊਟਰ ਪਾਰਟ ਸਪਾਈਨਲ ਕੋਰਡ ਦਾ ਕਦੋਂ ਬਣਿਆ ਹੁੰਦਾ? ਵਾਈਟ ਮੈਟਰ ਦਾ, ਐਗਜ਼ੋਨ ਦਾ। ਮੀਨਸ ਸੈਂਟਰ 'ਚ ਕੀ ਹੋਏਗੀ? ਨਿਊਰੋਨ ਦੀ ਸੈੱਲ ਬੋਡੀਜ਼ ਹੋਏਗੀ ਤੇ ਸਾਈਡਾਂ 'ਤੇ ਜਿਹੜਾ ਵਾਈਟ ਮੈਟਰ ਹੈ ਉਹ ਮਾਈਲਿਨ ਸ਼ੀਟ ਦਾ ਬਣਿਆ ਹੁੰਦਾ, ਐਗਜ਼ੋਨ ਤੋਂ ਬਣਿਆ ਹੁੰਦਾ। ਤਾਂ ਇਹਦੇ ਗ੍ਰੇ ਮੈਟਰ ਐਂਡ ਵਾਈਟ ਮੈਟਰ, ਯੂ ਕੈਨ ਸੇ ਕਿ ਗ੍ਰੇ ਮੈਟਰ ਸੈੱਲ ਬੋਡੀਜ਼ ਦਾ ਬਣਿਆ ਹੁੰਦਾ ਔਰ ਜੋ ਵਾਈਟ ਮੈਟਰ ਹੈ ਉਹ ਐਗਜ਼ੋਨਸ ਦਾ। ਇੱਦਾਂ ਸਪਾਈਨਲ ਕੋਰਡ ਦੇ ਵਿੱਚ ਸਾਡੇ ਵਰਟੀਬਰਲ ਕਾਲਮ ਦੇ ਵਿੱਚ ਕੀ ਪਈ ਹੁੰਦੀ ਹੈ? ਸਪਾਈਨਲ ਕੋਰਡ ਪਈ ਹੁੰਦੀ ਹੈ। ਜਦੋਂ ਸਾਨੂੰ ਕੋਈ ਝਟਕਾ ਵਗੈਰਾ ਲੱਗਦਾ ਹੈਗਾ, ਜਿਸ ਤਰ੍ਹਾਂ ਹਾਊ ਡਜ਼ ਸਟ੍ਰੋਕ ਹੈਪਨ, ਇਹ ਤਾਂ ਜਾਣ ਦੋ ਟੋਪਿਕ ਆ। ਠੀਕ ਹੈ, ਨੇਮ ਦੀ ਪਾਰਟ ਆਫ ਦੀ ਬ੍ਰੇਨ ਵਿਚ ਇਜ਼ ਰਿਸਪੋਂਸੀਬਲ ਫॉर ਮੈਮਰੀ। ਕਿਆ ਆਨਸਰ ਆਏਗਾ? ਸੈਰੀਬਰਮ। ਠੀਕ ਹੈ, ਇਹਦੇ ਨਾਲ ਸਾਡੀ ਅਸੀਂ ਚੀਜ਼ਾਂ ਨੂੰ ਦੇਖਦੇ ਹੈਗੇ ਆ। ਦੈਨ ਅਨਦਰ ਕੁਐਸਚਨ, ਨਰਵ ਇੰਪਲਸ ਟਰੈਵਲ ਇਨ ਨਿਊਰੋਨ। ਡੈਂਡਰਾਈਟ ਤੋਂ ਸੈੱਲ ਬੋਡੀ, ਸੈੱਲ ਬੋਡੀ ਤੋਂ ਐਗਜ਼ੋਨ। ਤਾਂ ਕਿਹੜਾ ਆਨਸਰ ਸਹੀ ਹੋਏਗਾ? ਬੀ ਆਨਸਰ ਵਿਲ ਬੀ ਕਰੈਕਟ ਆਨਸਰ। ਠੀਕ ਹੈ, ਡੈਂਡਰਾਈਟ ਤੋਂ ਸੈੱਲ ਬੋਡੀ ਤੇ ਦੈਨ ਐਗਜ਼ੋਨ। ਵਿੱਚ ਇਹ ਕੀ ਕਰਦਾ? ਰੈਗੂਲੇਟਰ ਦਾ ਕੰਮ ਕਰਦਾ ਹੈਗਾ, ਬੋਡੀ ਟੈਂਪਰੇਚਰ ਤੇ ਓਸਮੋ ਰੈਗੂਲੇਸ਼ਨ ਕਰਦਾ ਹੈ ਕੌਣ? ਹਾਈਪੋਥੈਲਮਸ। ਦੈਨ ਅਨਦਰ ਕੁਐਸਚਨ ਇਜ਼ what part of the brain is highly developed in animals that have finely tuned balance। ਜਿਨ੍ਹਾਂ ਦਾ ਬੈਲੈਂਸ ਵਧੀਆ ਬਣਦਾ ਉਹ ਕਿਹੜਾ ਪਾਰਟ ਡਿਵੈਲਪ ਹੋਏਗਾ ਉਹਨਾਂ ਦੇ ਵਿੱਚ? ਸੈਰੀਬੈਲਮ। ਠੀਕ ਹੈ, ਇਹ ਬੈਲੈਂਸ ਦਾ ਕੰਮ ਕਰਦਾ ਹੈਗਾ। ਦੈਨ ਇਹ ਵੀ ਕੁਐਸਚਨਸ ਹੈਗੇ, ਯੂ ਕੈਨ ਡੂ ਦਿਸ ਕੁਐਸਚਨਸ ਆਲਸੋ। ਠੀਕ ਹੈ, ਲੌਂਗ ਕੁਐਸਚਨਸ ਹੈ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ।